ਵੈਲਕਮ ਬੈਕ ਇਨ ਦੀ ਕਲਾਸ। ਐਮ ਬਬਲਜੀਤ ਕੌਰ। ਅੱਜ ਆਪਾਂ ਨੈਕਸਟ ਟੌਪਿਕ ਜਿਹੜੇ ਦੋ ਰਹਿੰਦੇ ਨੇ ਚੈਪਟਰ ਸੈਕੰਡ ਯੂਨਿਟ ਫਸਟ ਦੇ ਉਹ ਕੰਪਲੀਟ ਕਰਾਂਗੇ। ਤਾਂ ਆਪਣਾ ਨੈਕਸਟ ਟੌਪਿਕ ਹੈ ਇਲੈਕਟ੍ਰਿਕ ਫੀਲਡ ਔਨ ਇਕੁਆਟੋਰੀਅਲ ਲਾਈਨ ਆਫ ਐਨ ਇਲੈਕਟ੍ਰਿਕ ਡਾਈਪੋਲ। ਤਾਂ ਇਹਦੇ ਵਿੱਚ ਆਪਣੇ ਕੋਲ ਕੀ ਹੈ ਕਿ ਕੋਈ ਵੀ ਇੱਕ ਡਾਈਪੋਲ ਆਪਾਂ ਦਿੱਤਾ ਹੋਊਗਾ ਤਾਂ ਡਾਈਪੋਲ ਆਪਾਂ ਕੀ ਪੜ੍ਹ ਕੇ ਆਉਂਦਾ ਸੀਗਾ ਕਿ ਦੋ ਚਾਰਜਿਸ ਜਿਨ੍ਹਾਂ ਦਾ ਨੇਚਰ ਆਪਣੇ ਕੋਲ ਮੈਗਨੀਟਿਊਡ ਆ ਇੱਕ ਦੂਜੇ ਤੋਂ ਆਪੋਜ਼ਿਟ ਹੋਊਗਾ। ਮਤਲਬ ਇੱਕ ਚਾਰਜ ਆਪਣੇ ਕੋਲ ਨੈਗੇਟਿਵ ਤੇ ਇੱਕ ਚਾਰਜ ਆਪਣੇ ਕੋਲ ਕੀ ਆ ਪਲੱਸ ਦਾ ਹੋਊਗਾ। ਤੇ ਦੋਨੋਂ ਚਾਰਜਸ ਨੂੰ ਆਪਾਂ ਇੱਕ ਪਰਟੀਕੂਲਰ ਡਿਸਟੈਂਸ ਦੇ ਉੱਪਰ ਰੱਖਿਆ ਹੋਊਗਾ ਤੇ ਉਹ ਡਿਸਟੈਂਸ ਆਪਣੇ ਕੋਲ ਕਿੰਨੀ ਆਊਗੀ 2a। ਮਤਲਬ 2a ਡਿਸਟੈਂਸ ਦੇ ਨਾਲ ਦੋਨੋਂ ਚਾਰਜਸ ਨੂੰ ਆਪਾਂ ਸੈਪਰੇਟ ਕੀਤਾ ਹੋਇਆ ਤਾਂ ਉਹ ਆਪਣੇ ਕੋਲ ਕੀ ਸੀਗਾ ਇਲੈਕਟ੍ਰਿਕ ਡਾਈਪੋਲ। ਤਾਂ ਚਾਰਜ ਆਪਣੇ ਕੋਲ ਕਿਉਂ ਆ ਗਏ, ਡਿਸਟੈਂਸ ਕਿੰਨੀ ਆ ਗਈ 2a। ਤਾਂ ਹੁਣ ਆਪਾਂ ਜੇ ਓਰੀਜਨ ਤੋਂ ਡਿਸਟੈਂਸ ਦੇਖੀਏ, ਹੁਣ a b ਡਾਈਪੋਲ ਸੀ ਆਪਣੇ ਕੋਲ, ਤਾਂ ਸੈਂਟਰ ਦੇ ਉੱਪਰ ਆਪਾਂ ਦਾ ਓਰੀਜਨ ਲੈ ਰਹੇ ਹਾਂ ਤਾਂ ਉਹ a ਤੋਂ ਲੈ ਕੇ o ਤੱਕ ਦੀ ਡਿਸਟੈਂਸ ਆਪਣੇ ਕੋਲ a ਤੇ o ਤੋਂ ਲੈ b ਤੱਕ ਦੀ ਵੀ ਡਿਸਟੈਂਸ ਆਪਣੇ ਕੋਲ ਕਿੰਨੀ ਆ ਜੂਗੀ a। ਤਾਂ ਟੋਟਲ ਡਿਸਟੈਂਸ ਆਪਣੇ ਕੋਲ ਕਿੰਨੀ ਹੋ ਜੂਗੀ 2a। ਤਾਂ ਜਦੋਂ ਵੀ ਆਪਾਂ ਇਕੁਆਟੋਰੀਅਲ ਦੀ ਗੱਲ ਕਰ ਰਹੇ ਹਾਂ ਤਾਂ ਇਕੁਆਟੋਰੀਅਲ ਦੇ ਵਿੱਚ ਆਪਣੇ ਕੋਲ ਕੀ ਆ ਐਕਸਿਸ ਦੇ ਵਿੱਚੋਂ ਜਿਹੜੀ ਲਾਈਨ ਪਾਸ ਹੋ ਰਹੀ ਸੀ ਉਹਦੇ ਪਰਪੈਂਡੀਕੂਲਰ ਆਪਾਂ ਕਿਸੇ p ਪੁਆਇੰਟ ਦੇ ਉੱਪਰ ਇਲੈਕਟ੍ਰਿਕ ਫੀਲਡ ਫਾਈਂਡ ਕਰਨੀ ਹੈ। ਤਾਂ ਉਹ ਜਿਹੜਾ ਪੁਆਇੰਟ ਆਪਣੇ ਕੋਲ p ਆ ਉਹਦੇ ਉੱਪਰ ਕੀ ਆ ਪਰਪੈਂਡੀਕੂਲਰਲੀ ਐਕਟ ਕਰ ਰਿਹਾ। ਤਾਂ ਇਸੇ ਕਰਕੇ ਆਪਣੇ ਕੋਲ ਕਿਹੜਾ ਹੁਣ ਹੈਗਾ ਇਕੁਆਟੋਰੀਅਲ ਲਾਈਨ ਦੇ ਉੱਪਰ ਇਲੈਕਟ੍ਰਿਕ ਫੀਲਡ ਜਿਹੜੀ ਆਪਾਂ p ਪੁਆਇੰਟ ਦੇ ਉੱਪਰ ਫਾਈਂਡ ਕਰਨੀ ਹੈ। ਤਾਂ ਹੁਣ ਇਹਦੇ ਵਿੱਚ ਆਪਣੇ ਕੋਲ ਕੀ ਆ ਜਿਹੜਾ p ਪੁਆਇੰਟ ਸੀਗਾ ਤਾਂ ਉਹ ਆਪਣੇ ਕੋਲ a ਦੇ ਨਾਲ ਇੱਥੇ ਕੀ ਆ ਥੀਟਾ ਐਂਗਲ ਦੇ ਨਾਲ ਇਨਕਲਾਈਨਡ ਆ ਤੇ ਇੱਧਰ b ਪੁਆਇੰਟ ਦੇ ਉੱਪਰ ਵੀ ਥੀਟਾ ਐਂਗਲ ਦੇ ਨਾਲ ਇਨਕਲਾਈਨਡ ਆ। ਤਾਂ ਹੁਣ ਆਪਣੇ ਕੋਲ ਕੀ ਆ a ਤੋਂ ਲੈ ਕੇ o ਤੱਕ ਦੀ ਡਿਸਟੈਂਸ ਵੀ ਉਹ a ਹੈਗੀ ਆ ਤੇ o ਤੋਂ b ਤੱਕ ਦੀ ਡਿਸਟੈਂਸ ਵੀ ਆਪਣੇ ਕੋਲ ਕੀ ਆ ਰਹੀ ਆ a। ਤੇ p ਪੁਆਇੰਟ ਆਪਣੇ ਕੋਲ ਕੀ ਸੀਗਾ ਜਿੱਥੇ ਆਪਾਂ ਇਲੈਕਟ੍ਰਿਕ ਫੀਲਡ ਨੂੰ ਫਾਈਂਡ ਕਰਨਾ ਸੀ। ਤਾਂ ਆਪਾਂ ਹੁਣ ਕੀ ਅਸਿਊਮ ਕਰਕੇ ਚੱਲਦੇ ਹਾਂ o ਤੋਂ p ਤੱਕ ਜਿਹੜੀ ਆਪਾਂ ਡਿਸਟੈਂਸ ਆ ਕੇ ਆਪਾਂ ਫਾਈਂਡ ਕਰਨਾ ਇੱਥੇ ਕਿੰਨੀ ਇਲੈਕਟ੍ਰਿਕ ਫੀਲਡ ਦੀ ਵੈਲਿਊ ਆ ਰਹੀ ਆ। ਤਾਂ ਉਹ ਆਪਣੇ ਕੋਲ ਕਿੰਨੀ ਵੈਲਿਊ ਆਪਾਂ ਡਿਸਟੈਂਸ ਕਿੰਨੀ ਲਈ ਇੱਥੇ r। ਤਾਂ ਹੁਣ ਜੇ ਆਪਾਂ ਇਹਦੇ ਵਿੱਚ ਦੇਖੀਏ ਤਾਂ ਇਹ ਆਪਣੇ ਕੋਲ ਇੱਕ ਰਾਈਟ ਐਂਗਲ ਟ੍ਰਾਇੰਗਲ ਬਣ ਰਹੀ ਆ POA ਤੇ ਇੱਧਰ ਵੀ ਆਪਣੇ ਕੋਲ ਕੀ ਬਣ ਰਹੀ ਆ POB। ਤਾਂ ਹੁਣ ਇਹਦੇ ਵਿੱਚ ਆਪਣੇ ਕੋਲ ਕੀ ਆ ਥੀਟਾ ਦੇ ਨਾਲ ਜਿਹੜੀ ਲਾਈਨ ਆਪਣੇ ਕੋਲ ਇੱਥੇ ਬਣ ਰਹੀ ਆ ਉਹ ਹੈਗੀ ਆ AP। ਤਾਂ ਇਹ ਆਪਣੇ ਕੋਲ ਕੀ ਆ ਹਾਈਪੋਟੇਨਿਊਸ, ਇੱਥੇ ਆਪਣੇ ਕੋਲ AO ਬੇਸ, OP ਆਪਣੇ ਕੋਲ ਕੀ ਹੈਗਾ ਏ ਪਰਪੈਂਡੀਕੂਲਰ। ਉਸੇ ਤਰ੍ਹਾਂ ਇੱਧਰ ਆਪਣੇ ਕੋਲ PB ਦੀ ਵੈਲਿਊ ਆਪਣੇ ਕੋਲ ਕੀ ਆ ਹਾਈਪੋਟੇਨਿਊਸ ਦੀ, OB ਕੀ ਹੋ ਗਿਆ ਬੇਸ ਤੇ OP ਆਪਣੇ ਕੋਲ ਕੀ ਆ ਫਿਰ ਪਰਪੈਂਡੀਕੂਲਰ। ਤੇ ਜੇ ਹੁਣ ਆਪਾਂ ਇਹਨਾਂ ਦੋਨਾਂ ਵਿੱਚ ਦੇਖੀਏ ਸੇਮ ਵੈਲਿਊਜ਼ ਆ ਰਹੀਆਂ ਨੇ, ਇੱਧਰ ਬੇਸ ਦੀ ਵੈਲਿਊ ਵੀ ਸੇਮ ਆ ਫਿਰ ਪਰਪੈਂਡੀਕੂਲਰ ਦੀ ਵੈਲਿਊ ਵੀ ਸੇਮ ਆ। ਤੇ ਜੇ ਆਪਾਂ ਹਾਈਪੋਟੇਨਿਊਸ ਦੀ ਵੈਲਿਊ ਫਾਈਂਡ ਕਰੀਏ ਤਾਂ ਉਹ ਆਪਾਂ ਕਿਵੇਂ ਫਾਈਂਡ ਕਰ ਸਕਦੇ ਹਾਂ PA ਸਕੁਅਰ ਇਜ਼ ਇਕੁਅਲ ਟੂ AO ਸਕੁਅਰ ਪਲੱਸ OP ਸਕੁਅਰ। ਮਤਲਬ ਹਾਈਪੋਟੇਨਿਊਸ ਸਕੁਅਰ ਇਜ਼ ਇਕੁਅਲ ਟੂ ਬੇਸ ਸਕੁਅਰ ਪਲੱਸ ਪਰਪੈਂਡੀਕੂਲਰ ਸਕੁਅਰ। ਤਾਂ ਉੱਥੋਂ ਵੈਲਿਊ ਕਿੰਨੀ ਆ ਜੂਗੀ PA ਸਕੁਅਰ ਇਜ਼ ਇਕੁਅਲ ਟੂ A ਸਕੁਅਰ ਪਲੱਸ R ਸਕੁਅਰ। ਤਾਂ ਸੇਮ ਵੈਲਿਊ ਆਪਣੇ ਕੋਲ ਇੱਧਰ ਆ ਰਹੀ ਆ। ਤਾਂ ਇਸੇ ਕਰਕੇ ਹੁਣ ਆਪਣੇ ਕੋਲ ਇਲੈਕਟ੍ਰਿਕ ਫੀਲਡ ਜਿਹੜੀ ਆਪਾਂ ਫਾਈਂਡ ਕਰਨੀ ਹੁੰਦੀ ਆ ਉਹਦਾ ਆਪਣੇ ਕੋਲ ਇਹ ਫਾਰਮੂਲਾ ਕੀ ਹੁੰਦਾ 1/4 ਪਾਈ ਐਪਸਾਈਲਨ ਨੋਟ। 1/4 ਪਾਈ ਐਪਸਾਈਲਨ ਨੋਟ ਆਪਣੇ ਕੋਲ ਕੀ ਆ ਕੌਨਸਟੈਂਟ। ਤੇ ਇਹਦੀ ਵੈਲਿਊ ਕਿਹਦੇ ਇਕੁਅਲ ਹੁੰਦੀ ਆ 9 × 10⁹ ਚਾਰਜ ਜਿਹੜਾ ਆਪਾਂ ਉੱਥੇ ਪਲੇਸ ਕੀਤਾ ਹੋਇਆ ਕਿਉਂ ਅਪੋਨ ਕਿ ਜਿਹੜੇ ਪੁਆਇੰਟ ਤੋਂ ਆਪਾਂ ਚਾਰਜ ਪਲੇਸ ਕੀਤਾ ਸੀ ਤੋਂ ਲੈ ਕੇ ਜਿਹੜੇ ਪੁਆਇੰਟ ਤੱਕ ਆਪਾਂ ਇਲੈਕਟ੍ਰਿਕ ਫੀਲਡ ਫਾਈਂਡ ਕਰਨੀ। ਹੁਣ P ਤੱਕ ਆਪਾਂ P ਪੁਆਇੰਟ ਦੇ ਉੱਪਰ ਇਲੈਕਟ੍ਰਿਕ ਫੀਲਡ ਦੀ ਵੈਲਿਊ ਫਾਈਂਡ ਕਰਨੀ ਆ ਤਾਂ AP ਸਕੁਅਰ। ਹੁਣ ਇਹਦੇ ਵਿੱਚ ਕੀ ਸੀ ਆਪਣੇ ਕੋਲੇ ਚਾਰਜ ਤੇ ਜਿਹੜੀ ਹਾਈਪੋਟੇਨਿਊਸ ਦੀ ਵੈਲਿਊ ਆਪਾਂ ਫਾਈਂਡ ਕੀਤੀ ਸੀ। ਮਤਲਬ ਇੱਥੇ ਆਪਣੇ ਕੋਲੇ R ਦਿੱਤਾ ਹੋਇਆ ਤੇ A ਦੋਨਾਂ ਦੇ ਵਿੱਚ ਕੀ ਸੀ ਸੇਮ ਵੈਲਿਊ ਆ ਰਹੀ ਸੀ। ਇਸੇ ਕਰਕੇ ਜਿਹੜੀ ਇਲੈਕਟ੍ਰਿਕ ਫੀਲਡ ਇਹਨਾਂ ਨੇ ਪ੍ਰੋਡਿਊਸ ਕਰਨੀ ਆ A ਤੇ B ਪੁਆਇੰਟ ਮਤਲਬ -Q ਤੇ +Q ਨੇ ਉਹਨਾਂ ਦਾ ਮੈਗਨੀਟਿਊਡ ਆਪਣੇ ਕੋਲੇ ਕੀ ਆ ਸੇਮ ਆਊਗਾ। ਇਸੇ ਕਰਕੇ ਮੈਂ ਲਿਖਿਆ EA ਮੋਡ ਇਜ਼ ਇਕੁਅਲ ਟੂ ਮੋਡ ਆਫ EB। ਹੁਣ ਆਪਣੇ ਕੋਲ ਨੈਕਸਟ ਕੀ ਆ ਆਪਾਂ ਪਹਿਲਾਂ ਜਿਹੜਾ ਐਕਸਲ ਵਾਲਾ ਟੌਪਿਕ ਕੀਤਾ ਸੀ ਉਹਦੇ ਵਿੱਚ ਵੀ ਆਪਾਂ ਇਹ ਡਿਫਾਈਨ ਕੀਤਾ ਸੀ ਐਕਸਪਲੇਨ ਕੀਤਾ ਸੀਗਾ ਕਿ ਜਿਹੜੀ ਵੀ ਆਪਣੇ ਕੋਲ ਇਲੈਕਟ੍ਰਿਕ ਫੀਲਡ ਦੀ ਵੈਲਿਊ ਆ ਜੇ ਹੁਣ ਆਪਾਂ ਨੈਗੇਟਿਵ ਚਾਰਜ ਦੀ ਗੱਲ ਕਰਦੇ ਆ ਤਾਂ ਨੈਗੇਟਿਵ ਚਾਰਜ ਦੇ ਲਈ ਇਲੈਕਟ੍ਰਿਕ ਫੀਲਡ ਹਮੇਸ਼ਾ ਹੀ ਕੀ ਆ ਇਨਵਰਟ ਡਾਇਰੈਕਸ਼ਨ ਦੇ ਵਿੱਚ ਐਕਟ ਕਰਦੀ ਮਤਲਬ ਚਾਰਜ ਦੇ ਵੱਲ ਨੂੰ ਐਕਟ ਕਰਦੀ ਹੈ। ਤਾਂ ਆਪਾਂ P ਪੁਆਇੰਟ ਦੇ ਉੱਪਰ ਇਲੈਕਟ੍ਰਿਕ ਫੀਲਡ ਨੂੰ ਫਾਈਂਡ ਕਰਨਾ ਸੀ। ਤਾਂ ਹੁਣ ਆਪਾਂ ਹੋਰ ਇੱਥੇ ਕੀ ਇੱਕ ਕੰਸਟਰਕਟ ਕਰਾਂਗੇ ਇੱਕ ਇੱਥੇ ਹੌਰੀਜ਼ੋਂਟਲ ਲਾਈਨ ਨੂੰ ਆਪਾਂ ਇੱਥੇ ਕੰਸਟਰਕਟ ਕੀਤਾ। ਤਾਂ ਹੁਣ ਉਵੇਂ ਹੀ ਦੇਖੋ ਆਪਣੇ ਕੋਲ P ਪੁਆਇੰਟ ਦੇ ਉੱਪਰ ਜਦੋਂ ਆਪਾਂ ਹੁਣ ਨੈਗੇਟਿਵ ਚਾਰਜ ਦੇ ਲਈ ਗੱਲ ਕਰ ਰਹੇ ਹਾਂ ਹੁਣ ਆਪਾਂ ਇਲੈਕਟ੍ਰਿਕ ਫੀਲਡ ਨੂੰ ਫਾਈਂਡ ਕਰਨਾ A ਪੁਆਇੰਟ ਦੇ ਉੱਪਰ ਕਿਹੜਾ ਚਾਰਜ ਆਪਾਂ ਪਲੇਸ ਕੀਤਾ ਹੋਇਆ ਨੈਗੇਟਿਵ। ਤਾਂ P ਪੁਆਇੰਟ ਤੋਂ ਜਿਹੜੀ ਇਲੈਕਟ੍ਰਿਕ ਫੀਲਡ ਦੀ ਵੈਲਿਊ ਆਉਣੀ ਆ EA। ਹੁਣ ਆਪਾਂ ਇੱਥੇ A ਕਿਉਂ ਲਿਖਿਆ ਕਿਉਂਕਿ A ਪੁਆਇੰਟ ਦੇ ਉੱਪਰ ਆਪਾਂ -Q ਚਾਰਜ ਨੂੰ ਪਲੇਸ ਕੀਤਾ ਹੋਇਆ। ਤਾਂ ਇਸੇ ਕਰਕੇ ਆਪਣੇ ਕੋਲ ਇਹਨੇ ਕਿਵੇਂ ਐਕਟ ਕੀਤਾ ਕਿਹੜੀ ਡਾਇਰੈਕਸ਼ਨ ਦੇ ਵਿੱਚ ਐਕਟ ਕੀਤਾ P to L। ਹੁਣ ਇੱਥੇ -Q ਸੀ ਉਹਦੀ ਡਾਇਰੈਕਸ਼ਨ ਦੇ ਵਿੱਚ ਇਨਵਰਟ ਡਾਇਰੈਕਸ਼ਨ ਕਿ ਚਾਰਜ ਦੇ ਵੱਲ ਨੂੰ ਐਕਟ ਕੀਤਾ ਇਲੈਕਟ੍ਰਿਕ ਫੀਲਡ ਨੇ।
ਹੋਰ ਆਪਣੇ ਕੋਲ ਇੱਥੇ ਚਾਰਜ ਕਿਹੜਾ ਪਿਆ ਸੀਗਾ, ਪੋਜ਼ਿਟਿਵ ਚਾਰਜ। ਪੋਜ਼ਿਟਿਵ ਚਾਰਜ ਦੇ ਲਈ ਇਲੈਕਟ੍ਰਿਕ ਫੀਲਡ ਹਮੇਸ਼ਾ ਹੀ ਕਿਵੇਂ ਲੱਗਦੀ ਆ, ਬਾਹਰ ਵੱਲ ਨੂੰ ਚਾਰਜ ਤੋਂ ਦੂਰ ਲੱਗਦੀ ਆ। ਤਾਂ ਇਸੇ ਕਰਕੇ ਪੀ ਤੋਂ ਜਿਹੜੀ ਆਪਣੇ ਕੋਲ ਇਲੈਕਟ੍ਰਿਕ ਫੀਲਡ ਦੀ ਵੈਲਿਊ ਆ ਈ ਬੀ, ਉਹ ਕਿਵੇਂ ਲੱਗ ਰਹੀ ਆ, ਆਊਟਵਰਡ ਡਾਇਰੈਕਸ਼ਨ ਦੇ ਵਿੱਚ। ਇਨਵਰਡ ਡਾਇਰੈਕਸ਼ਨ ਹੋ ਗਈ ਮਾਈਨਸ ਕਿਊ ਚਾਰਜ ਦੇ ਲਈ, ਆਹ ਵਾਲੀ ਆਊਟਵਰਡ ਡਾਇਰੈਕਸ਼ਨ ਆ ਰਹੀ ਆ ਆਪਣੇ ਕੋਲੇ ਪਲੱਸ ਕਿਊ ਚਾਰਜ ਦੇ ਲਈ। ਇਸੇ ਕਰਕੇ ਮੈਂ ਆਪਾਂ ਉਹਨਾਂ ਹੀ ਲਾਈਨਸ ਨੂੰ ਐਕਸਟੈਂਡ ਕੀਤਾ ਜਿਹੜੀ ਆਪਣੇ ਕੋਲੇ ਬੀ ਪੀ ਵਾਲੀ ਲਾਈਨ ਸੀ, ਅੱਗੇ ਐਕਸਟੈਂਡ ਕਰਤਾ ਆਪਾਂ ਨੂੰ। ਅੱਗੇ ਐਕਸਟੈਂਡ ਕਰਕੇ ਆਪਾਂ ਕੀ ਸ਼ੋਅ ਕੀਤਾ ਕਿ ਇਲੈਕਟ੍ਰਿਕ ਫੀਲਡ ਪਲੱਸ ਕਿਊ ਚਾਰਜ ਦੇ ਕਰਕੇ ਕਿਹੜੀ ਡਾਇਰੈਕਸ਼ਨ ਦੇ ਵਿੱਚ ਲੱਗ ਰਹੀ ਆ। ਤਾਂ ਹੁਣ ਨੈਕਸਟ ਆਪਣੇ ਕੋਲ ਦੇਖੋ, ਇੱਥੇ ਕਿਸੇ ਆਪਣੇ ਕੋਲ ਥੀਟਾ ਐਂਗਲ ਆ ਰਿਹਾ ਸੀਗਾ। ਤਾਂ ਹੁਣ ਆਪਣੇ ਕੋਲ ਆ ਦੋਨੋਂ ਲਾਈਨਸ ਕੀ ਨੇ, ਏ ਬੀ ਐਕਸ ਡੈਸ਼ ਐਕਸ, ਇੱਕ ਦੂਜੇ ਦੇ ਕੀ ਨੇ, ਪੈਰਲਲ। ਤਾਂ ਉਹਨਾਂ ਨੂੰ ਕੀ ਹੁਣ ਆਹ ਵਾਲੀ ਲਾਈਨ ਕੱਟ ਕਰ ਰਹੀ ਆ ਪੀ ਬੀ। ਤਾਂ ਜਿਹੜੇ ਆਪਣੇ ਕੋਲੇ ਇਸ ਤਰ੍ਹਾਂ ਜੇ ਆਪਾਂ ਜ਼ੈਡ ਦੇ ਨਾਲ ਐਂਗਲ ਦੇਖੀਏ ਤਾਂ ਉਹ ਵਾਲੇ ਐਂਗਲ ਕਿਹੜੇ ਹੁੰਦੇ ਨੇ ਆਪਣੇ ਕੋਲੇ, ਅਲਟਰਨੇਟ ਐਂਗਲ। ਜੇ ਇੱਥੇ ਆਪਣੇ ਕੋਲ ਥੀਟਾ ਬਣ ਰਿਹਾ ਤਾਂ ਇੱਧਰ ਵੀ ਆਪਣੇ ਕੋਲੇ ਫਿਰ ਕੀ ਬਣ ਜੂਗਾ, ਥੀਟਾ ਐਂਗਲ। ਉਸੇ ਤਰ੍ਹਾਂ ਆਪਣੇ ਕੋਲੇ ਇੱਧਰ ਐਕਸ ਡੈਸ਼ ਪੀ ਤੱਕ ਇੱਥੇ ਵੀ ਥੀਟਾ ਐਂਗਲ ਬਣ ਰਿਹਾ, ਤੇ ਪੀ ਤੋਂ ਇਹ ਵੀ ਆਪਣੇ ਕੋਲ ਇੱਕ ਜ਼ੈਡ ਬਣ ਗਈ, ਇੱਧਰ ਵੀ ਆਪਣੇ ਕੋਲੇ ਇੱਕ ਜ਼ੈਡ ਬਣ ਗਈ। ਤਾਂ ਅਲਟਰਨੇਟ ਐਂਗਲਸ ਆ ਗਏ। ਫਿਰ ਨੈਕਸਟ ਹੁਣ ਆਪਣੇ ਕੋਲੇ ਇੱਥੇ ਆਹ ਵਾਲਾ ਐਂਗਲ ਆਪਾਂ ਨੂੰ ਹਲੇ ਪਤਾ ਨਹੀਂ ਹੈਗਾ, ਐਮ ਪੀ ਐਕਸ ਡੈਸ਼ ਤੱਕ ਕਿ ਕਿਹੜਾ ਐਂਗਲ ਬਣ ਰਿਹਾ। ਤਾਂ ਉਹ ਵੀ ਹੁਣ ਆਪਣੇ ਕੋਲੇ ਕੀ ਆ, ਇੱਕ ਦੂਜੇ ਦੇ ਸਾਹਮਣੇ ਐਂਗਲ ਪਏ ਨੇ, ਵਰਟੀਕਲੀ ਆਪੋਜ਼ਿਟ ਐਂਗਲ ਨੇ, ਤਾਂ ਹੀ ਇੱਥੇ ਆਪਣੇ ਕੋਲੇ ਐਂਗਲ ਥੀਟਾ ਆ ਗਿਆ। ਹੁਣ ਨੈਕਸਟ ਆਪਣੇ ਕੋਲੇ ਕੀ ਆ, ਜਦੋਂ ਵੀ ਆਪਾਂ ਦੋ ਲਾਈਨਸ ਹੈਗੀਆਂ ਕਿ ਆਪਸ ਦੇ ਵਿੱਚ ਕੀ ਆ, ਥੀਟਾ ਐਂਗਲ ਬਣ ਰਿਹਾ। ਜੇ ਆਪਣੇ ਕੋਲ ਇਸ ਤਰ੍ਹਾਂ ਇੱਥੇ ਆਪਣੇ ਕੋਲ ਥੀਟਾ ਐਂਗਲ ਬਣ ਰਿਹਾ, ਸਪੋਜ਼ ਇੱਥੇ ਆਪਾਂ ਹੁਣ ਇਲੈਕਟ੍ਰਿਕ ਫੀਲਡ ਦੀ ਗੱਲ ਕੀਤੀ ਤਾਂ ਇੱਥੇ ਵੀ ਆਪਾਂ ਇਲੈਕਟ੍ਰਿਕ ਫੀਲਡ ਨੂੰ ਰਿਪਰੈਜ਼ੈਂਟ ਕਰਤਾ। ਤਾਂ ਸੇਮ ਐਕਸਿਸ ਦੇ ਨਾਲ ਫਿਰ ਆਪਣੇ ਕੋਲ ਇੱਧਰ ਕੀ ਬਣ ਜੂਗਾ, ਈ ਕੋਸ ਥੀਟਾ। ਹੁਣ ਇੱਥੇ ਕੀ ਆਪਣੇ ਕੋਲੇ ਪਰਪੈਂਡੀਕੂਲਰ ਆ, ਤਾਂ ਇੱਥੇ ਆਪਣੇ ਕੋਲੇ ਕੀ ਆ ਜਾਊਗਾ, ਈ ਸਾਈਨ ਥੀਟਾ। ਹੁਣ ਇਹੀ ਕਨਸੈਪਟ ਆਪਾਂ ਇੱਥੇ ਲਗਾਉਣਾ ਹੈ। ਹੁਣ ਇੱਥੇ ਆਪਣੇ ਕੋਲੇ ਕਿਸੇ ਥੀਟਾ ਐਂਗਲ ਬਣ ਰਿਹਾ ਸੀ, ਜੇ ਆਪਾਂ ਆਹ ਵਾਲੀ ਜ਼ੈਡ ਵਿੱਚ ਦੇਖ ਰਹੇ ਹਾਂ ਤਾਂ ਇੱਥੇ ਥੀਟਾ ਸੀਗਾ। ਤਾਂ ਇੱਥੇ ਆਪਣੇ ਕੋਲੇ ਕਿਹੜੀ ਵਾਲੀ ਇਲੈਕਟ੍ਰਿਕ ਫੀਲਡ ਆ ਰਹੀ ਸੀਗੀ, ਈ ਏ। ਤਾਂ ਹੁਣ ਆਪਣੇ ਕੋਲ ਸੇਮ ਐਕਸਿਸ ਦੇ ਨਾਲ ਥੀਟਾ ਐਂਗਲ ਬਣ ਰਿਹਾ। ਇੱਥੇ ਫਿਰ ਕਿਹੜਾ ਕੰਪੋਨੈਂਟ ਆ ਜਾਊਗਾ, ਜਦੋਂ ਆਪਾਂ ਰਿਜ਼ੋਲਵ ਕੀਤਾ ਈ ਏ ਨੂੰ, ਮਤਲਬ ਏ ਪੁਆਇੰਟ ਦੇ ਲਈ ਮਾਈਨਸ ਕਿਊ ਚਾਰਜ ਦੇ ਲਈ ਜਿਹੜੀ ਉੱਥੇ ਇਲੈਕਟ੍ਰਿਕ ਫੀਲਡ ਦੀ ਵੈਲਿਊ ਆਣੀ ਸੀ, ਤਾਂ ਈ ਏ ਕੋਸ ਥੀਟਾ। ਹੁਣ ਇਹਦੇ ਪਰਪੈਂਡੀਕੂਲਰ ਕੀ ਲੱਗੂਗਾ ਆਪਣੇ ਕੋਲੇ, ਸਾਈਨ ਥੀਟਾ ਦਾ ਕੰਪੋਨੈਂਟ। ਤਾਂ ਇਹਦੇ ਪਰਪੈਂਡੀਕੂਲਰ ਹੋ ਜਾਊਗਾ ਫਿਰ ਈ ਏ ਸਾਈਨ ਥੀਟਾ। ਹੁਣ ਆਪਣੇ ਕੋਲੇ ਕਿਸੇ ਈ ਬੀ ਆਊਟਵਰਡ ਡਾਇਰੈਕਸ਼ਨ ਦੇ ਵਿੱਚ ਸੀਗੀ, ਕਿਉਂਕਿ ਇਹ ਪਲੱਸ ਕਿਊ ਚਾਰਜ ਕਰਕੇ ਲੱਗ ਰਹੀ ਸੀ। ਤਾਂ ਇਸੇ ਕਰਕੇ ਇੱਥੇ ਵੀ ਆਪਣੇ ਕੋਲੇ ਥੀਟਾ ਐਂਗਲ ਆ ਰਿਹਾ। ਤਾਂ ਸੇਮ ਐਕਸਿਸ ਦੇ ਨਾਲ ਆਪਣੇ ਕੋਲੇ ਫਿਰ ਕੀ ਕਿਹੜਾ ਕੰਪੋਨੈਂਟ ਲੱਗ ਜਾਊਗਾ, ਕੋਸ ਥੀਟਾ। ਤਾਂ ਵੈਲਿਊ ਕਿਹੜੀ ਆ ਗਈ, ਈ ਬੀ ਦੀ ਈ ਬੀ ਕੋਸ ਥੀਟਾ, ਕਿਉਂਕਿ ਆਪਾਂ ਈ ਬੀ ਨੂੰ ਰਿਜ਼ੋਲਵ ਕਰ ਰਹੇ ਹਾਂ ਇੱਥੇ। ਤੇ ਪਰਪੈਂਡੀਕੂਲਰ ਕੀ ਲੱਗੂਗਾ ਉੱਥੇ, ਈ ਬੀ ਸਾਈਨ ਥੀਟਾ। ਹੁਣ ਦੇਖੋ ਇੱਥੇ ਆਪਣੇ ਕੋਲ ਆਪਾਂ ਕਹਿ ਕੇ ਚੱਲੇ ਸੀਗੇ ਕਿਹੜੀ ਇਲੈਕਟ੍ਰਿਕ ਫੀਲਡ ਦੀ ਵੈਲਿਊ ਆਊਗੀ ਦੋਨੋਂ ਚਾਰਜਸ ਦੇ ਕਰਕੇ, ਕਿਉਂਕਿ ਉਹਨਾਂ ਦੇ ਵਿੱਚ ਕੀ ਆ, ਆਪਾਂ ਸੇਮ ਡਿਸਟੈਂਸ ਦੇ ਉੱਪਰ ਪਈ ਨੇ ਕਿ ਪੀ ਪੁਆਇੰਟ ਸੇਮ ਓਰੀਜਨ ਤੋਂ ਲੈ ਕੇ ਪੀ ਤੱਕ ਦੀ ਡਿਸਟੈਂਸ ਕੀ ਆ, ਸੇਮ ਆ ਰਹੀ ਹੈ ਦੋਨੋਂ ਚਾਰਜਸ ਦੇ ਲਈ। ਤੇ ਇਸੇ ਕਰਕੇ ਏ ਪੀ ਤੇ ਬੀ ਪੀ ਦੀ ਵੈਲਿਊ ਵੀ ਆਪਣੇ ਕੋਲੇ ਸੇਮ ਆ ਗਈ ਸੀ, ਮਤਲਬ ਰੂਟ ਆਫ ਆਰ ਸਕੁਅਰ ਪਲੱਸ ਏ ਸਕੁਅਰ, ਕਿਉਂਕਿ ਆਪਣੇ ਕੋਲੇ ਏ ਪੀ ਸਕੁਅਰ ਦੀ ਵੈਲਿਊ ਉਹ ਕਿੰਨੀ ਆ ਗਈ ਸੀਗੀ, ਉਹ ਏ ਸਕੁਅਰ ਪਲੱਸ ਤੇ ਇੱਥੋਂ ਆਪਣੇ ਕੋਲੇ ਵੈਲਿਊ ਹੋ ਜੂਗੀ ਉਹ ਪੀ ਸਕੁਅਰ ਦੀ। ਤਾਂ ਜੇ ਆਪਾਂ ਹੁਣ ਏ ਪੀ ਦੀ ਵੈਲਿਊ ਫਾਈਂਡ ਕੀਤੀ ਤਾਂ ਉਹ ਟੋਟਲ ਕਿੰਨੀ ਆ ਜੂਗੀ, ਐਕਸ ਸਕੁਅਰ ਪਲੱਸ ਏ ਸਕੁਅਰ ਦਾ ਸਕੁਅਰ। ਹੁਣ ਇੱਥੋਂ ਆਪਣੇ ਕੋਲੇ ਏ ਪੀ ਦੀ ਵੈਲਿਊ ਚਾਹੀਦੀ ਹੈ ਤਾਂ ਰੂਟ ਆਫ ਐਕਸ ਸਕੁਅਰ ਪਲੱਸ ਏ ਸਕੁਅਰ। ਤਾਂ ਹੁਣ ਇਸੇ ਕਰਕੇ ਜੇ ਆਪਣੇ ਕੋਲੇ ਇਲੈਕਟ੍ਰਿਕ ਫੀਲਡ ਦੀ ਵੈਲਿਊ ਸੇਮ ਆ ਰਹੀ ਆ ਤਾਂ ਇੱਥੇ ਈ ਬੀ ਸਾਈਨ ਥੀਟਾ ਤੇ ਈ ਏ ਸਾਈਨ ਥੀਟਾ ਦੋਨਾਂ ਦੀ ਇਲੈਕਟ੍ਰਿਕ ਫੀਲਡ ਦੀ ਵੈਲਿਊ ਸੇਮ ਆ, ਕੰਪੋਨੈਂਟ ਵੀ ਆਪਣੇ ਕੋਲੇ ਸੇਮ ਆ ਰਿਹਾ, ਬਟ ਦੋਨੋਂ ਐਕਟ ਕਿਵੇਂ ਕਰ ਰਹੇ ਨੇ, ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ। ਤਾਂ ਇਹਨਾਂ ਨੇ ਇੱਕ ਦੂਜੇ ਨੂੰ ਕੈਂਸਲ ਕਰ ਦੇਣਾ। ਤਾਂ ਨੈਕਸਟ ਆਪਣੇ ਕੋਲ ਦੇਖੋ ਇਲੈਕਟ੍ਰਿਕ ਫੀਲਡ ਦੀ ਵੈਲਿਊ ਆਪਣੇ ਕੋਲੇ ਕਿੰਨੀ ਹੁੰਦੀ ਆ, 1/4 ਪਾਈ ਐਪਸਾਈਲਨ ਨੋਟ ਕਿਊ ਅਪੋਨ ਏ ਪੀ ਸਕੁਅਰ, ਮਤਲਬ ਆਪਾਂ ਲਿਖ ਦਿੰਦੇ ਹਾਂ ਕਿਊ ਅਪੋਨ ਆਰ ਸਕੁਅਰ ਕਿ ਕਿੰਨੀ ਡਿਸਟੈਂਸ ਸੀਗੀ ਜਿਹੜੇ ਪੁਆਇੰਟ 'ਤੇ ਆਪਾਂ ਚਾਰਜ ਪਲੇਸ ਕੀਤਾ ਤੇ ਜਿਹੜੇ ਪੁਆਇੰਟ ਦੇ ਉੱਪਰ ਆਪਾਂ ਇਲੈਕਟ੍ਰਿਕ ਫੀਲਡ ਨੂੰ ਫਾਈਂਡ ਕਰਨਾ। ਤਾਂ ਹੁਣ ਇੱਥੇ ਏ ਪੀ ਸਕੁਅਰ, ਏ ਬੀ ਦੇ ਲਈ ਕਿੰਨੀ ਵੈਲਿਊ ਹੋ ਜੂਗੀ, 1/4 ਪਾਈ ਐਪਸਾਈਲਨ ਨੋਟ ਕਿਊ ਅਪੋਨ ਬੀ ਪੀ ਸਕੁਅਰ। ਤਾਂ ਏ ਪੀ ਸਕੁਅਰ ਤੇ ਬੀ ਪੀ ਸਕੁਅਰ ਦੀ ਵੈਲਿਊ ਕਿੰਨੀ ਸੀਗੀ, ਆਰ ਸਕੁਅਰ ਪਲੱਸ ਏ ਸਕੁਅਰ ਸੇਮ ਸੀ। ਤਾਂ ਆਪਾਂ ਪ੍ਰੂਵ ਕਰਤਾ ਕਿ ਈ ਏ ਤੇ ਈ ਬੀ ਦੀ ਵੈਲਿਊ ਸੇਮ ਆ ਰਹੀ ਹੈ। ਹੁਣ ਇਸੇ ਕਰਕੇ ਜਿਹੜੀ ਆਪਣੇ ਕੋਲ ਟੋਟਲ ਇਲੈਕਟ੍ਰਿਕ ਫੀਲਡ ਆ ਤਾਂ ਉਹ ਕਿਹੜੇ ਕਰਕੇ ਲੱਗ ਰਹੀ ਹੈ, ਸਿਰਫ ਇਸ ਕੰਪੋਨੈਂਟ ਦੇ ਕਾਰਨ। ਉਹ ਕਿਹੜਾ ਕੰਪੋਨੈਂਟ ਆ ਰਿਹਾ ਆਪਣੇ ਕੋਲੇ, ਕਾਸ ਥੀਟਾ ਦਾ ਕੰਪੋਨੈਂਟ। ਤਾਂ ਹੁਣ ਕਿੰਨੀ ਵੈਲਿਊ ਹੋ ਜੂਗੀ, ਈ ਏ ਕਾਸ ਥੀਟਾ ਪਲੱਸ ਈ ਬੀ ਕਾਸ ਥੀਟਾ। ਕਾਸ ਥੀਟਾ ਦੋਨਾਂ ਦੇ ਵਿੱਚ ਕਾਮਨ ਆ। ਹੁਣ ਵੈਲਿਊਜ਼ ਪੁੱਟ ਕਰੋ, 1/4 ਪਾਈ ਐਪਸਾਈਲਨ ਨੋਟ
क्यू अपॉन आर स्क्वेयर प्लस ए स्क्वेयर प्लस 1 अपॉन 4 पाई एप्सिलॉन नॉट क्यू अपॉन आर स्क्वेयर प्लस ए स्क्वेयर इंटू कॉस थीटा। ਹੁਣ ਆਹ ਸਾਰੀਆਂ ਟਰਮਸ ਆਪਣੇ ਕੋਲ ਸੇਮ ਹੈ, ਮਤਲਬ ਟਵਾਈਸ ਹੋ ਗਿਆ 2 ਮਲਟੀਪਲਾਈ ਸਾਰੀ ਟਰਮ ਆਪਣੇ ਕੋਲ ਸੇਮ ਰਹੇਗੀ। ਜਾਂ ਤੁਸੀਂ ਇਹਨੂੰ ਅਲੱਗ ਟਰਮ ਨੂੰ ਬਾਹਰ ਕੱਢ ਕੇ ਵੀ ਲਿਖ ਸਕਦੇ ਹਾਂ, ਤਾਂ ਆਪਣੇ ਕੋਲ ਫਿਰ ਅੰਦਰ ਕੀ ਰਹਿ ਜਾਊਗਾ ਜੇ ਆਪਾਂ ਕਾਮਨ ਕੱਢੀਏ 1 अपॉन 4 ਪਾਈ ਐਪਸਾਈਲਨ ਨੋਟ। ਹੋਰ ਆਪਣੇ ਕੋਲ ਕੀ ਕਾਮਨ ਆ ਗਿਆ क्यू अपॉन आर स्क्वेयर प्लस ए स्क्वेयर इंटू कॉस थीटा 1 प्लस 1। तो इतों भी अपने को की बन जूगा 1 प्लस 1 2 मल्टीप्लाई 1 अपॉन 4 पाई एप्सिलॉन नॉट क्यू अपॉन आर स्क्वेयर प्लस ए स्क्वेयर इंटू कॉस थीटा। हाँ नैक्सट अपने को कि आप कॉस थीटा की वैल्यू फाइंड करनी है, तो फिर वो अपने को की राइट एंगल ट्राइंगल आपको देखनी पैनी है सारी। तो इतों राइट एंगल ट्राइंगल के कॉस थीटा अपने को किहदे इक्वल हुंदा है बी अपॉन एच बेस अपॉन हाइपोटेन्यूज। तो बेस की वैल्यू अपने को कितनी आ रही है इत्थे ए, तो हाइपोटेन्यूज की वैल्यू अपने को कितनी सीगी आर स्क्वेयर प्लस ए स्क्वेयर। दोनों ट्राइंगल्स तो आपां नूं सेम वैल्यू ही मिलूगी। तो आपां कॉस थीटा की वैल्यू पुट करती। तो इत्थे अपने को आर स्क्वेयर प्लस ए स्क्वेयर की पावर कितनी है 1, इत्थे पावर कितनी है 1/2। तो दोनों दी पावर्स की हम ऐड हो जाएगियां क्योंकि बेस की अपने को सेम आ रहा। तो 1 + 1 कितना हो जू 1 + 1/2 कितना हो जाएगा अपने को 3/2। उपर हम की मल्टीप्लाई हो गया 2QE। हम अपने को इलैक्ट्रिक डाइपोल मूवमेंट की डेफिनेशन की सी कि इधर चार्ज दोनों के विचों आप एक चार्ज लेना है जोड़ा भी आप डाइपोल के उपर प्लेस किया होया। तो दोनों चार्जिस नूं आपां कितनी डिस्टेंस के नाल सैपरेट किया, वो वाली वैल्यू कितनी आ रही सी अपने को 2A। तो यह कि इक्वल हो जाएगा पी दे। पी अपने को की सी डाइपोल मूवमेंट। हम अपने को जो वैक्टर फॉर्म च लिखना है तो अपने को वैक्टर नोटेशन के आप साइन पावांगे वैक्टर्स के। ई वैक्टर मतलब इलैक्ट्रिक फील्ड इज इक्वल टू माइनस। हम माइनस के नाल आपां उन्हां दी डायरैक्शन शो की है कि किहड़े पॉइंट तो किहड़े तक इलैक्ट्रिक फील्ड एक्ट कर रही है। तो हम इलैक्ट्रिक फील्ड अपने को किवें लग रही है ऑपोजिट टू द डायरैक्शन ऑफ डाइपोल मूवमेंट। कि डाइपोल मूवमेंट जिहड़ी भी डायरैक्शन एक्ट कर रही सी अपने को उहदे तो ऑपोजिट लगना। तो डाइपोल मूवमेंट अपने को किवें लग रही सी -Q2 + Q। तो उहदे तो ऑपोजिट डायरैक्शन दे विच किहने एक्ट करना है इलैक्ट्रिक फील्ड ने। हम नैक्सट टॉपिक अपने को हैगा इलैक्ट्रिक डाइपोल इन यूनीफॉर्म इलैक्ट्रिक फील्ड। तो हम इलैक्ट्रिक डाइपोल आपां की पढ़ के आंदा सीगा कि किन्ना तो मिल के बनया होया है। दो चार्जिस ने अपने को। तो वो चार्जिस अपने को किहड़े सीगे -Q ते +Q। एक -Q चार्ज आपां कित्थे प्लेस कीता सीगा ए एंड दे उपर, +Q चार्ज आपां कित्थे प्लेस कीता बी एंड दे उपर। तो हुण आपां की कह रहे हैं कि यूनीफॉर्म इलैक्ट्रिक फील्ड आपां लैनी है। तो यूनीफॉर्म इलैक्ट्रिक फील्ड नूं आपां किवें रिप्रजेंट करते हैं सेम डायरैक्शन दे विच एरो होने चाहिए, सेम लेंथ होनी चाहिए तो सेम डिस्टेंस होनी चाहिए। तो हम इतने इलैक्ट्रिक फील्ड अपने को किवें लग रही है कि जो आप इस साइड अपने को पॉजिटिव चार्ज पिया तो इस साइड अपने को की है नैगेटिव चार्ज पिया है। तो पॉजिटिव टू नैगेटिव इलैक्ट्रिक फील्ड ने एक्ट करना शुरू किया तो एरोज ने रिप्रजेंट किया यूनीफॉर्म इलैक्ट्रिक फील्ड में। तो अपने को एक डाइपोल नूं आपां प्लेस करना। तो ए बी अपने को एक डाइपोल आ जिन्होंने आप यूनीफॉर्म इलैक्ट्रिक फील्ड दे विच प्लेस किया होया। तो हुण इहदे विच देखो अपने को जिहड़ी यूनीफॉर्म इलैक्ट्रिक फील्ड आ उन्हां दे नाल डाइपोल कोई भी एक एंगल थीटा बना रहा, मतलब कितनी अलाइनमेंट आपां नूं टेढ़ा करके रखा होया। तो कितना इंक्लीनेशन उत्थे एंगल थीटा। तो फिर अपने को डाइपोल की लेंथ कितनी है 2A। हुण नैक्सट आपां की इहदे विच देखना है कि उन्हां दे उपर कितना फोर्स लग रहा। तो फोर्स ऑन चार्ज -Q जिहड़ा आपां हैगा ए एंड दे उपर प्लेस किया होया। इलैक्ट्रिक फील्ड अपने को किहदे इक्वल हुंदी है F/Q फोर्स पर यूनिट चार्ज। तो इत्थों F की वैल्यू कितनी आ जूगी Q × E। तो Q अपने को लिखिए चार्ज का आप मैगनीट्यूड लिखांगे। तो हम इत्थे क्या -Q दे लई फोर्स की वैल्यू कितनी आ रही है Q × E। हम इत्थे अपने को की आ इलैक्ट्रिक फील्ड अपने को लग रही है +2 माइनस, मतलब इस डायरैक्शन जो कि एरो ने रिप्रजेंट किया। बट अपने को की जो -Q चार्ज आप ए दे उपर प्लेस किया है ये इलैक्ट्रिक फील्ड वो किमें लग रही है -2+, मतलब ये तो ऑपोजिट लग रही है। इस करके आप इत्थे साइन लगाया माइनस का। हम नैक्सट अपने को +Q चार्ज के लिए जोड़ा आप बी के उपर प्लेस किया। तो इत्थे की है सेम डायरैक्शन के इलैक्ट्रिक फील्ड लग रही है अपने को +2 माइनस। तो जो फोर्स अपने को लग रहा वो भी किमें लग रहा है
ਇੱਥੇ ਪਲੱਸ ਕਿਊ ਚਾਰਜ ਰੱਖਿਆ ਸੀ, ਇੱਧਰ ਆਪਾਂ ਮਾਈਨਸ, ਮਤਲਬ ਇਹਨੇ ਇਹਦੇ ਵੱਲ ਨੂੰ ਹੈਗਾ ਅਟਰੈਕਟ ਹੋਣਾ ਸ਼ੁਰੂ ਹੋ ਜਾਣਾ। ਤਾਂ ਇਸੇ ਕਰਕੇ ਆਪਣੇ ਕੋਲੇ ਫੋਰਸ ਵੀ ਕਿੱਧਰ ਨੂੰ ਲੱਗ ਗਿਆ, ਮਾਈਨਸ ਚਾਰਜ ਵੱਲ। ਤਾਂ ਇਹਦੀ ਡਾਇਰੈਕਸ਼ਨ ਵੀ ਸੇਮ ਹੋ ਗਈ। ਇੱਥੇ ਆਪਣੇ ਕੋਲੇ ਕੀ ਸੀ, ਨੈਗੇਟਿਵ ਚਾਰਜ ਪਲੇਸ ਕੀਤਾ ਸੀ, ਤਾਂ ਉਹ ਪੋਜ਼ਿਟਿਵ ਚਾਰਜ ਦੇ ਵੱਲ ਮੂਵ ਕਰਨ ਲੱਗ ਗਿਆ, ਉਹਦੇ ਤੋਂ ਆਪੋਜ਼ਿਟ ਡਾਇਰੈਕਸ਼ਨ ਹੋ ਗਈ। ਕਿਹਦੇ ਤੋਂ ਆਪੋਜ਼ਿਟ ਡਾਇਰੈਕਸ਼ਨ ਹੋ ਗਈ, ਜਿਹੜੀ ਇੱਥੇ ਆਪਣੇ ਕੋਲੇ ਇਲੈਕਟ੍ਰਿਕ ਫੀਲਡ ਲੱਗ ਰਹੀ ਸੀ ਪਲੱਸ ਟੂ ਮਾਈਨਸ, ਬਟ ਫੋਰਸ ਕਿਵੇਂ ਲੱਗਿਆ, ਮਾਈਨਸ ਟੂ ਪਲੱਸ। ਤਾਂ ਹੁਣ ਇਸੇ ਕਰਕੇ ਆਪਣੇ ਕੋਲੇ ਕੀ ਆ, ਜਿਹੜਾ ਇੱਥੇ ਆਪਣੇ ਕੋਲੇ ਡਾਈਪੋਲ ਪਿਆ ਹੈ, ਤਾਂ ਉਸ ਡਾਈਪੋਲ ਦੇ ਉੱਪਰ ਫੋਰਸ ਦੀ ਵੈਲਿਊ ਆਪਣੇ ਕੋਲੇ ਕਿਵੇਂ ਆ ਰਹੀ ਹੈ। ਵੇਖੋ ਇੱਥੇ ਮੈਗਨੀਟਿਊਡ ਕੀ ਹੈ, ਸੇਮ ਕਿਊ ਈ, ਬਟ ਦੋਨੇ ਡਾਇਰੈਕਸ਼ਨ ਆਪਣੇ ਕੋਲੇ ਕਿਵੇਂ ਆ ਰਹੀ ਆ, ਆਪੋਜ਼ਿਟ ਡਾਇਰੈਕਸ਼ਨ ਆ। ਇੱਕ ਆਪਣੇ ਕੋਲੇ ਕਿਵੇਂ ਲੱਗ ਰਿਹਾ ਹੈ, ਲੈਫਟ ਸਾਈਡ, ਤੇ ਇੱਕ ਆਪਣੇ ਕੋਲੇ ਕੀ ਆ, ਰਾਈਟ ਸਾਈਡ, ਬਟ ਦੋਨੇ ਡਾਇਰੈਕਸ਼ਨ ਕੀ ਆ, ਪੈਰਲਲ ਨੇ, ਐਂਟੀ ਪੈਰਲਲ ਦੇ ਵਿੱਚ ਐਕਟ ਕਰ ਰਹੇ ਹਨ। ਇਸੇ ਕਰਕੇ ਡਾਈਪੋਲ ਦੇ ਉੱਪਰ ਆਪਣੇ ਕੋਲੇ ਕੀ ਆ, ਟਾਰਕ ਨੇ ਲੱਗਣਾ ਸ਼ੁਰੂ ਹੋ ਜਾਣਾ। ਤਾਂ ਟਾਰਕ ਆਪਾਂ ਕਿਵੇਂ ਡਿਫਾਈਨ ਕਰਦੇ ਹੁੰਦੇ ਹਾਂ ਕਿ ਦੋਨਾਂ ਦੇ ਵਿੱਚੋਂ ਕੋਈ ਵੀ ਇੱਕ ਫੋਰਸ ਲੈਣਾ ਨਾਲ ਪਰਪੈਂਡੀਕੂਲਰ ਡਿਸਟੈਂਸ, ਕਿ ਦੋਨੋਂ ਫੋਰਸਿਸ ਦੇ ਵਿੱਚ ਕਿੰਨੀ ਪਰਪੈਂਡੀਕੂਲਰ ਡਿਸਟੈਂਸ ਲੱਗ ਰਹੀ ਹੈ। ਤੇ ਇਸੇ ਕਰਕੇ ਹੁਣ ਆਪਾਂ ਇੱਥੇ ਕੰਸਟਰਕਟ ਕਰਦੇ ਹਾਂ A to N N to B। ਤਾਂ ਹੁਣ ਇਹਦੇ ਵਿੱਚ ਆਪਣੇ ਕੋਲੇ ਇੱਕ ਪਰਪੈਂਡੀਕੂਲਰ ਡਰਾ ਕੀਤਾ ਹੋਇਆ ਆਪਾਂ A to N, ਤਾਂ ਬੇਸ ਕਿਹੜਾ ਹੋ ਜਾਊਗਾ ਆਪਣੇ ਕੋਲੇ NB। ਤਾਂ ਜਿਹਦੇ ਨਾਲ ਆਪਣੇ ਕੋਲ ਥੀਟਾ ਐਂਗਲ ਬਣ ਰਿਹਾ, ਉਹ ਆਪਣੇ ਕੋਲੇ ਕੀ ਹੁੰਦਾ ਹਮੇਸ਼ਾ, ਹਾਈਪੋਟੇਨਿਊਜ਼। ਤਾਂ ਹੁਣ ਪਰਪੈਂਡੀਕੂਲਰ ਡਿਸਟੈਂਸ ਆਪਣੇ ਕੋਲੇ ਕੀ ਆ, AN। ਹੁਣ AN ਦੀ ਵੈਲਿਊ ਆਪਾਂ ਕਿਵੇਂ ਫਾਈਂਡ ਕਰ ਸਕਦੇ ਹਾਂ, ਇਨ RT ਐਂਗਲ ਟ੍ਰਾਇੰਗਲ ANB। ਤਾਂ ਹੁਣ ਆਪਣੇ ਕੋਲੇ ਕੀ ਹੈ, AN ਨੂੰ ਆਪਾਂ ਫਾਈਂਡ ਕਰਨਾ। ਤਾਂ AN ਆਪਾਂ ਨੂੰ ਪਤਾ ਨਹੀਂ, ਬਟ ਆਪਾਂ ਨੂੰ ਕਿਹੜੀ ਵੈਲਿਊ ਪਤਾ ਹੈ, AB ਦੀ, ਤਾਂ ਉਹ ਆਪਣੇ ਕੋਲ ਡਿਨੋਮੀਨੇਟਰ 'ਚ ਆ ਗਈ, ਕਿਉਂਕਿ ਉਹਦੀ ਵੈਲਿਊ ਕਿੰਨੀ ਸੀ, 2A। ਤਾਂ ਹੁਣ ਇਹ ਕਿਹੜਾ ਰਿਲੇਸ਼ਨ ਹੋ ਗਿਆ, ਸਾਈਨ ਥੀਟਾ ਦਾ। ਤਾਂ AN ਕਿਹਦੇ ਇਕੁਅਲ ਹੋ ਜਾਊਗਾ, AB ਸਾਈਨ ਥੀਟਾ। AB ਕਿਹਦੇ ਇਕੁਅਲ ਆ ਗਿਆ ਸੀਗਾ, 2A। ਤਾਂ ਨੈਟ ਆਪਣੇ ਕੋਲ ਵੈਲਿਊ ਕਿੰਨੀ ਹੋ ਗਈ, 2A ਸਾਈਨ ਥੀਟਾ। ਤਾਂ ਹੁਣ Q ਇੰਟੂ 2A, ਇਹ ਆਪਣੇ ਕੋਲ ਕੀ ਹੁੰਦਾ ਹੈ, ਡਾਈਪੋਲ ਮੂਵਮੈਂਟ, ਉਹ ਕਿਹਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ ਆਪਾਂ, P ਦੇ ਨਾਲ। ਤਾਂ ਹੁਣ ਇਸੇ ਕਰਕੇ ਜਿਹੜਾ ਟਾਰਕ ਡਾਈਪੋਲ ਦੇ ਉੱਪਰ ਲੱਗ ਰਿਹਾ, ਉਹਨੂੰ ਕਿਵੇਂ ਸ਼ੋ ਕਰਦਾ, ਕੀ ਟੈਂਡ ਕਰਦਾ, ਕੋਸ਼ਿਸ਼ ਉਹਨੇ ਕਾਹਦੀ ਕਰਨੀ ਆ ਕਿ ਆਪਣੇ ਆਪ ਨੂੰ ਅਲਾਈਨ ਕਰਦਾ ਏ ਅਲੋਂਗ ਦੀ ਡਾਇਰੈਕਸ਼ਨ ਆਫ ਦੀ ਇਲੈਕਟ੍ਰਿਕ ਫੀਲਡ। ਤਾਂ ਹੁਣ ਆਪਣੇ ਕੋਲ ਕਿਹੜੀ ਇਲੈਕਟ੍ਰਿਕ ਡਾਈਪੋਲ ਮੂਵਮੈਂਟ ਵੈਕਟਰ ਆ P, ਉਹ ਹਮੇਸ਼ਾ ਕਿਵੇਂ ਐਕਟ ਕਰਦਾ, -Q ਟੂ +Q। ਤਾਂ ਆਪਾਂ ਇੱਥੇ ਕੀ ਆ, ਸਾਈਨ ਥੀਟਾ, ਆਪਾਂ +1 'ਚ ਵੀ ਪੜ੍ਹ ਕੇ ਆਉਂਦੇ ਨੇ, ਕ੍ਰੋਸ ਪ੍ਰੋਡਕਟ, ਡਾਟ ਪ੍ਰੋਡਕਟ। ਹੁਣ ਸਾਈਨ ਥੀਟਾ ਆਪਣੇ ਕੋਲ ਕਿਹਦੇ ਵਿੱਚ ਲੱਗਦਾ, ਕ੍ਰੋਸ ਪ੍ਰੋਡਕਟ 'ਚ। ਤਾਂ ਹੁਣ ਆਪਾਂ ਨੂੰ ਕਿਵੇਂ ਰਿਪਰੈਜ਼ੈਂਟ ਕਰ ਸਕਦੇ ਹਾਂ ਵੈਕਟਰ ਫਾਰਮ 'ਚ, ਟਾਓ ਇਜ਼ ਇਕੁਅਲ ਟੂ P × E। ਇੱਥੇ ਆਪਣਾ ਚੈਪਟਰ 2 ਕੰਪਲੀਟ ਹੁੰਦਾ ਹੈ। ਥੈਂਕ ਯੂ।